ਬੀਤੇ ਦਿਨਾਂ ਤੋਂ ਚਰਚਾਵਾਂ ਚੱਲਦੀਆਂ ਸੀ ਵੀ ਸੋਮ ਪ੍ਰਕਾਸ਼ ਨਹੀਂ ਆਉਣਗੇ, ਉਹਨਾਂ ਦਾ ਧੜਾ ਨਹੀਂ ਤੁਰੇਗਾ। ਅੱਜ ਕਾਗਜ਼ ਭਰੇ ਆ, ਤੁਹਾਡੇ ਨਾਲ ਹਾਜ਼ਰ ਸੀਗੇ। ਕੀ ਲੱਗਦਾ ਸਾਰਾ ਕੁਝ ਠੀਕ ਠਾਕ ਆ? ਮੈਨੂੰ ਜਿਨ੍ਹਾਂ ਨੇ ਪ੍ਰਪੋਜ਼ ਕਰਨਾ ਸੀ ਉਹ ਸੋਮ ਪ੍ਰਕਾਸ਼ ਜੀ ਹੈ, ਅਤੇ ਇਸ ਤੋਂ ਤੁਹਾਨੂੰ ਮੇਰਾ ਹਾਲ ਅਗਲੀਆਂ ਸਾਰੀਆਂ ਸਵਾਲਾਂ ਦੇ ਉੱਤੇ ਅੰਕੁਸ਼ ਲਾ ਦੇਣਾ ਚਾਹੀਦਾ ਕਿ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਚੁਣਾਵ ਲੜਨ ਜਾ ਰਹੇ ਹਾਂ। ਔਰ ਪਿੰਡਾਂ ਦੇ ਵਿੱਚ ਜਿਹੜੇ ਲੋਕ ਆ, ਜਿਹੜੇ ਖਾਸ ਤੌਰ ਤੇ ਦਲਿਤ ਸਮਾਜ ਹੈਗਾ ਆ, ਉਹ ਬੜਾ ਪੱਬਾਂ ਭਰ ਹੋਇਆ ਹੈ। ਚਾਹੇ ਬੜੇ ਡੇਰਿਆਂ ਦੀ ਗੱਲ ਕਰ ਲਈਏ, ਚਾਹੇ ਲੋਕਾਂ ਦੀ ਗੱਲ ਕਰ ਲਈਏ, ਸ਼ਹਿਰਾਂ ਦੇ ਵਿੱਚ ਜਨਰਲ ਸਮਾਜ ਪੱਬਾਂ ਭਰ ਹੋਇਆ। ਉਹ ਕਹਿੰਦੇ ਅਸੀਂ ਵਿਜੇ ਸਾਂਪਲਾ ਨਾਲ ਖੜਨਾ। ਜਿਹੜਾ ਪਿੰਡਾਂ ਦੇ ਵਿੱਚ ਨਹੀਂ ਲੱਗਦਾ ਸੀ ਵੀ ਭਾਜਪਾ ਐਂਟਰ ਹੋ ਸਕੇਗੀ, ਪਰ ਉੱਥੋਂ ਬੜਾ ਉਤਸ਼ਾਹ ਜਿਹਾ ਲੋਕਾਂ ਦੇ ਵਿੱਚ। ਉਹ ਕਾਰਨ ਕੀ ਮੰਨਿਆ ਜਾਵੇ? ਮੈਂ ਦਲਿਤ ਸਮਾਜ ਦੇ ਨਾਲ ਸੰਬੰਧਿਤ ਹਾਂ, ਮੈਂ ਉਹਨਾਂ ਦੇ ਨਾਲ ਵਿਚਰਦਾ ਹਾਂ। ਔਰ ਮੈਂ ਜਦੋਂ ਮੰਤਰੀ ਵੀ ਸੀ ਅਤੇ ਮੇਰਾ ਪਹਿਲਾ ਜਾਣੀ ਕਿਉਂਕਿ ਅਸੀਂ ਗੁਰੂ ਰਵਿਦਾਸ ਮਹਾਰਾਜ ਦੇ ਨਾਮ ਲੇਵਾ ਇੱਥੇ ਬਹੁਤ ਨੇ, ਅਤੇ ਮੈਂ ਸਪੈਸ਼ਲੀ 2 ਵਾਰ ਪ੍ਰਧਾਨ ਮੰਤਰੀ ਜੀ ਨੂੰ ਵਾਰਾਣਸੀ, ਜਿੱਥੇ ਉਹਨਾਂ ਦੀ ਜਨਮ ਸਥਲੀ ਹੈ, ਸ਼੍ਰੀ ਗੋਵਰਧਨਪੁਰ, ਉੱਥੇ ਲੈ ਕੇ ਵੀ ਗਿਆ। ਮੈਂ ਇੱਥੇ ਜਦੋਂ MP ਵੀ ਰਿਹਾ, ਮੰਤਰੀ ਵੀ ਰਿਹਾ, ਮੈਂ ਹਰ ਇੱਕ ਵਰਗ ਦੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਵੀ ਆ, ਸਮਝਿਆ ਵੀ ਆ ਅਤੇ ਸਮਾਧਾਨ ਵੀ ਕੀਤਾ। ਕਿਉਂਕਿ ਮੈਂ ਇਹ ਸਵਾਲ ਇਸ ਲਈ ਪੁੱਛ ਲਿਆ, ਬਸਪਾ ਪਾਰਟੀ ਦੇ ਪ੍ਰਧਾਨ ਹੈਗਾ ਜਸਵੀਰ ਗੜੀ, ਵੱਡਾ ਕੱਦ ਹੈਗਾ। ਉਹ ਕਹਿੰਦੇ ਆ ਵੀ ਜਿਹੜੀ ਬਸਪਾ ਹੈ ਉਹ ਤਾਂ ਦਲਿਤਾਂ ਦੀ ਪਾਰਟੀ ਆ, ਪਰ ਉਹ ਬਸਪਾ ਨੂੰ ਛੱਡਦੇ ਹੋਏ ਤੁਹਾਡੇ ਵੱਲ ਰੁਝਾਨ ਕਰ ਰਹੇ ਆ। ਅਗਰ ਦੇਖੋ ਤਾਂ ਕਦੀ ਬਹੁਜਨ ਸਮਾਜ ਪਾਰਟੀ ਦੇ ਬਹੁਤ ਵੱਡੇ ਵੱਡੇ ਲੀਡਰਾਂ ਦਾ ਨਾਂ ਹੁੰਦਾ ਸੀ, ਅੱਜ ਉਹ ਲੀਡਰ ਕਿੱਥੇ ਨੇ? ਸ਼ਾਮਲ ਹੋ ਚਰਚਾ ਚੱਲ ਰਹੀਆਂ। ਇੱਕ ਤਾਂ ਸੋਨਲ ਬਾਂਗਾ ਸ਼ਾਮਲ ਹੋ ਗਏ ਆ ਭਾਜਪਾ 'ਚ, ਹਲਕਾ ਫੁਆੜੇ ਤੋਂ। ਕਹਿੰਦੇ ਹੋਰ ਵੱਡੇ ਚਿਹਰੇ ਬਸਪਾ ਦੇ ਵੀ ਹੋ ਸਕਦੇ ਆ, ਅਕਾਲੀ ਦਲ ਦੇ ਵੀ ਹੋ ਸਕਦੇ ਆ, ਕਾਂਗਰਸ ਦੇ ਹੋ ਸਕਦੇ, ਹੋਰ ਵੀ ਵਿਜੇ ਸਾਂਪਲਾ ਨਾਲ ਤੁਰ ਸਕਦੇ ਆ। ਮੈਨੂੰ ਲੱਗਦਾ ਵੀ ਤੁਸੀਂ SC ST ਐਕਟ ਦੇ ਚੇਅਰਮੈਨ ਵੀ ਸੀਗੇ। ਤੁਸੀਂ ਪੰਜਾਬ ਦੇ ਵਿੱਚ ਗਏ ਸੀ ਜਿੱਥੇ ਦਲਿਤਾਂ ਦੀਆਂ ਬੱਚਿਆਂ ਦੀ ਹੱਤਿਆ ਹੋਏ, ਹੋਰ ਵੀ ਹੋਏ। ਤੁਸੀਂ ਉੱਥੇ ਪਹੁੰਚੇ ਸੀ ਜਦ ਕਿ ਤੁਹਾਡਾ ਵਿਰੋਧ ਕੀਤਾ ਜਾਂਦਾ ਸੀ। ਤੁਹਾਨੂੰ ਪੁਲਿਸ ਪ੍ਰਸ਼ਾਸਨ ਵੀ ਕਹਿੰਦੀ ਸਾਂਪਲਾ ਤੁਸੀਂ ਨਾ ਜਾਓ। ਤੁਸੀਂ ਕਹਿੰਦੇ ਸੀ ਵੀ ਮੇਰਾ ਸਮਾਜ ਆ, ਮੈਂ ਤਾਂ ਜਾਣਾ ਚਾਹੇ ਕੁਛ ਵੀ ਹੋ ਜਾਵੇ। ਅੱਜ ਲੱਗਦਾ ਵੀ ਉਸੇ ਕਰਕੇ ਲੋਕ ਪਿੰਡਾਂ ਵਾਲੇ ਤੁਹਾਨੂੰ ਪਿਆਰ ਕਰਦੇ ਜਾਂ ਪਸੰਦ ਕਰਦੇ। ਤੇ ਕਹਿੰਦੇ ਸੀ ਕਿ ਬਸਪਾ ਪਾਰਟੀ ਦੇ ਪ੍ਰਧਾਨ ਫਗਵਾੜੇ ਆ ਗਏ ਆ, ਤੇ ਹੁਣ ਜਿਹੜੀ ਦਲਿਤਾਂ ਦੀ ਵੋਟ ਆ, ਇੱਕ ਵੋਟ ਵੀ ਬਾਹਰ ਨਹੀਂ ਜਾਣੀ। ਪਰ ਭਾਜਪਾ ਵੱਲੋਂ ਇਦਾਂ ਦਾ ਕਾਰਡ ਖੇਡਿਆ ਗਿਆ, ਵਿਜੇ ਸਾਂਪਲਾ ਨੂੰ ਮੈਦਾਨ ਦੇ ਵਿੱਚ ਉਤਾਰਿਆ, ਤੇ ਇਸ ਵੇਲੇ ਬਸਪਾ ਨੂੰ ਵੀ ਵੱਡੀ ਢਾਲ ਲੱਗ ਰਹੀ ਆ। ਪਿੰਡਾਂ ਦੇ ਵਿੱਚ ਜਿਹੜੇ ਦਲਿਤ ਸਮਾਜ ਦੇ ਲੋਕ ਹੈਗੇ ਆ, ਕਿਉਂਕਿ SC ST ਐਕਟ ਦੇ ਚੇਅਰਮੈਨ ਹੁੰਦੇ ਹੋਏ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ, ਉਹਨਾਂ ਕਰਕੇ ਲੋਕ ਇਹਨਾਂ ਨਾਲ ਜੁੜਦੇ ਜਾ ਰਹੇ ਆ। ਸੋ ਇਸ ਵੇਲੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬਿਗਲ ਵੱਜ ਚੁੱਕਾ। ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਮੈਦਾਨ ਦੇ ਵਿੱਚ ਕੁੱਦੀਆਂ ਹੋਈਆਂ ਆ। ਇਸ ਵੇਲੇ 5 ਕੋਨਾ ਮੁਕਾਬਲਾ ਜਿਹੜਾ ਪੰਜਾਬ ਦੇ ਵਿੱਚ ਚੱਲ ਰਿਹਾ, ਜੋ ਕਿ ਅਨੋਖਾ ਮੁਕਾਬਲਾ ਵੇਖਣ ਨੂੰ ਮਿਲ ਸਕਦਾ। ਜੇਕਰ ਆਪਾਂ ਹਲਕਾ ਫਗਵਾੜਾ ਦੀ ਗੱਲ ਕਰੀਏ ਤਾਂ ਇੱਥੇ ਬਹੁਤ ਫਸਮਾ ਜਿਹੜਾ ਮੁਕਾਬਲਾ ਹੋ ਰਿਹਾ। ਅੱਜ ਅਸੀਂ ਤੁਹਾਡੇ ਨਾਲ ਰੂਬਰੂ ਕਰਾਉਣ ਜਾ ਰਹੇ ਹਾਂ ਜਿਹੜੇ ਕਿ ਭਾਜਪਾ ਦੇ ਬਹੁਤ ਵੱਡੇ ਦਿੱਗਜ ਲੀਡਰ। ਜੇਕਰ ਆਪਾਂ ਇਹ ਵੀ ਚਰਚਾਵਾਂ ਚੱਲ ਰਹੀਆਂ ਸੀ ਕਿ ਜੇਕਰ ਪੰਜਾਬ ਦੇ ਵਿੱਚ CM ਚਿਹਰਾ ਪਹਿਲਾਂ ਐਲਾਨਣ ਦੀ ਗੱਲ ਚੱਲੀ ਤਾਂ ਵਿਜੇ ਸਾਂਪਲਾ ਦਾ ਚਿਹਰਾ ਐਲਾਨਿਆ ਜਾ ਸਕਦਾ ਆ। ਤੇ ਅੱਜ ਜਿਹੜਾ ਕਿ ਭਾਜਪਾ ਵੱਲੋਂ ਬਹੁਤ ਵੱਡਾ ਚਿਹਰਾ ਫਗਵਾੜਾ ਦੇ ਵਿੱਚ ਉਤਾਰਿਆ ਗਿਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਾਂਪਲਾ ਸਾਹਿਬ, ਕਿੱਦਾਂ ਦੀ ਚੱਲ ਰਹੀ ਹੈ ਚੋਣ ਕੰਪੇਨਿੰਗ? ਦੇਖ ਰਹੇ ਹਾਂ ਵੀ ਤੁਸੀਂ 2 ਦਿਨਾਂ ਤੋਂ ਬਿਲਕੁਲ ਡਟੇ ਹੋਏ ਹੋ, ਸ਼ਹਿਰਾਂ ਦੇ ਵਿੱਚ ਵੀ ਜਾ ਰਹੇ ਹੋ ਤੇ ਪਿੰਡਾਂ ਦੇ ਵਿੱਚ ਵੀ ਤੁਹਾਡੀਆਂ ਟੀਮਾਂ ਜਾ ਪਹੁੰਚੀਆਂ ਆ। ਦੇਖੋ, ਇਹ ਤਾਂ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਇੱਕ ਬਹੁਤ ਕੋਆਰਡੀਨੇਸ਼ਨ ਰਿਹਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਵਰਕਰ ਆਪਣੀ ਕਮਾਂਡ ਆਪਣੇ ਆਪ ਸੰਭਾਲ ਲੈਂਦਾ ਹੈ। ਸੋ ਸ਼ਹਿਰਾਂ ਪਿੰਡਾਂ ਦੇ ਵਿੱਚ ਸਾਰੀਆਂ ਆਪਣੀਆਂ ਟੀਮਾਂ ਲੱਗ ਗਈਆਂ। ਔਰ ਜਿੱਥੇ ਤੱਕ ਅਸੀਂ ਕਹੀਏ ਕਿ ਭਾਰਤੀ ਜਨਤਾ ਪਾਰਟੀ ਦਾ ਅਕਸ਼ ਜਿਹੜਾ ਹੈ, ਤੁਸੀਂ ਆਪ ਜਾਣਦੇ ਹੋ ਕਿ ਜੇ ਨਰਿੰਦਰ ਮੋਦੀ ਜੀ ਨੇ ਪੂਰੇ ਹਿੰਦੁਸਤਾਨ ਦਾ ਜਿਹੜਾ ਅਕਸ਼ ਜਿਹੜਾ ਪੂਰੀ ਦੁਨੀਆ ਦੇ ਵਿੱਚ ਇੱਕ ਬੜਾ ਸਤਿਕਾਰਯੋਗ ਜਗ੍ਹਾ ਦੇ ਉੱਤੇ ਲੈ ਕੇ ਆਉਂਦਾ ਹੈ, ਔਰ ਪੂਰੀ ਦੁਨੀਆ ਅੱਜ ਭਾਰਤ ਦਾ ਸਿੱਕਾ ਮੰਨਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਇਹ ਵੀ ਨਾਲ ਜਿਹੜੀ ਬਹੁਤ ਵੱਡੀ ਗੱਲ ਹੈ ਕਿ ਜਿੱਥੇ ਜਿੱਥੇ ਵੀ ਭਾਰਤੀ ਜਨਤਾ ਪਾਰਟੀ ਦੀਆਂ ਸਰਕਾਰਾਂ ਹੈ ਸੂਬਿਆਂ 'ਚ ਵੀ, ਉੱਥੇ ਜਿਹੜੀ ਕਰਪਸ਼ਨ, ਮਾਫੀਆ, ਗੁੰਡਾਗਰਦੀ, ਇਹ ਸਾਰੀਆਂ ਦੇ ਉੱਤੇ ਨਕੇਲ ਵੀ ਪਾਈ ਹੈ। ਇਹਦੇ 'ਚ ਕੋਈ ਜਾਣੀ ਇੱਕ ਕਹਿਣ ਵਾਲੀ ਗੱਲ ਨਹੀਂ, ਇਹ ਹਕੀਕਤ ਧਰਾਤਲ ਦੇ ਉੱਤੇ ਸੱਚਾਈ ਹੈ। ਅੱਜ ਗੁਜਰਾਤ ਇੰਡਸਟਰੀ 'ਚ ਬਹੁਤ ਅੱਗੇ ਆ ਗਿਆ, ਮੱਧ ਪ੍ਰਦੇਸ਼, ਬਾਕੀ ਸਾਰੇ ਸੂਬਿਆਂ ਨੂੰ ਅਸੀਂ ਦੇਖੀਏ ਤਾਂ ਬਹੁਤ ਜਗ੍ਹਾ 'ਤੇ ਆ ਗਿਆ। ਅਸੀਂ ਬਾਕੀ ਛੱਡੀਏ ਕਿ ਜਿਹੜਾ ਸਾਡਾ ਗੁਆਂਢੀ ਸੂਬਾ ਜਿਹੜਾ ਹਿਮਾਚਲ ਪ੍ਰਦੇਸ਼, ਜਦੋਂ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਆਈ ਹੈ, ਇੰਡਸਟਰੀ ਨੂੰ ਬਹੁਤ ਉੱਪਰ ਲੈ ਗਏ। ਪਰ ਸਾਡੀ ਇੱਥੇ ਜਿੰਨੇ ਵੀ ਪੰਜਾਬ ਦੇ ਵਿੱਚ ਹਾਲੇ ਤੱਕ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਸੱਤਾ 'ਚ ਸੰਭਾਲਿਆ, ਭਾਵੇਂ ਅਸੀਂ ਉਹਨਾਂ ਦੇ ਪਾਰਟਨਰ ਰਹੇ, ਪਰ ਸਾਡੇ ਹੱਥ ਵੱਸ ਕੁਛ ਨਹੀਂ ਸੀ ਹੁੰਦਾ। ਇਹ ਤੁਸੀਂ ਵੀ ਜਾਣਦੇ ਹੋ, ਸਾਰਾ ਪੰਜਾਬ ਜਾਣਦਾ ਕਿ ਭਾਰਤੀ ਜਨਤਾ ਪਾਰਟੀ ਇੱਕ, ਸਾਨੂੰ ਅਕਸਰ ਤੁਸੀਂ ਵੀ ਕਹਿੰਦੇ ਸੀ ਕਿ ਤੁਸੀਂ ਥੱਲੇ ਦੱਬ ਕੇ ਕਿਉਂ ਕਰਦੇ ਹੋ ਇਹ ਗੱਲ, ਪਰ ਅੱਜ ਜਿਹੜੀ ਹੈ ਸਾਡੀ ਉਹ ਜਿਹੜੀ ਉਸ ਚੀਜ਼ ਤੋਂ ਅਸੀਂ ਬਾਹਰ ਆ ਗਏ ਹਾਂ ਉਸ ਗੱਲ। ਔਰ ਜਿੱਥੇ ਵੀ ਹਿਮਾਚਲ ਵਰਗੇ ਸੂਬੇ ਵੀ ਅੱਜ ਕਿਤੇ ਚਲੇ ਗਏ ਨੇ, ਅਤੇ ਅੱਜ ਲੋੜ ਜਿਹੜੀ ਪੰਜਾਬ ਨੂੰ ਵੀ
खुशहाली ते विकास की गल जिहड़ी असीं करते हैं। और भारतीय जनता पार्टी ने नारा भी दिता है कि भाजपा का नारा खुशहाली ते भाईचारा। भाईचारा जिहड़ा आ अज पंजाब दे विच खेरू खेरू हो गया। पंजाब सूबा ऐसा है जिहड़ा गुरुआं दी संदेश का जिहड़ा असीं मनदे आ, सिरमौर करते हैं कि उन्हां दे गुरुआं दे संदेश नूं अगे लिजाण वाला गुरुआं पीरां दे इत्थे बड़ा आशीर्वाद है। और गुरुआं दा सानूं आशीर्वाद है कि सांझी वालता दी जिहड़ी सानूं हमेशा सानूं सुनेहा दिता है। ਮਤਲਬ ਹੁਣ ਤੁਸੀਂ ਹਲਕਾ ਫਗਵਾੜਾ ਤੋਂ ਚੋਣ ਲੜ ਰਹੇ ਹੋ। ਇੱਥੇ ਦੋ ਤਰ੍ਹਾਂ ਦੇ ਵੋਟਰ ਆ, ਪਿੰਡੂ ਤੇ ਸ਼ਹਿਰੀ। ਤੁਸੀਂ ਇੱਥੇ ਵਿਕਾਸ ਕਾਰਜ ਕਰਾਇਆ, ਤੁਸੀਂ ਪੁਲ ਵੀ ਬਣਾਇਆ, ਤੁਸੀਂ ਡਾਕ ਘਰ ਲੈ ਕੇ ਆਏ ਹੋ, ਤੁਸੀਂ ਇੱਥੇ ਪਾਸਪੋਰਟ ਵੀ ਖਿਲਾਇਆ। ਜੇਕਰ ਆਪਾਂ ਦੁਆਬੇ ਦੀ ਗੱਲ ਕਰੀਏ, 에ਅਰਪੋਰਟ ਦੇ ਵਿੱਚ ਵੀ ਅਹਿਮ ਯੋਗਦਾਨ ਪਾਇਆ। ਹੋਰ ਬਹੁਤ ਸਾਰੇ ਕੰਮ ਕੀਤੇ ਆ ਤੁਸੀਂ। ਚਲੋ ਲੋਕਾਂ ਨਾਲ ਅੜੇ ਖੜੇ ਬਾਂਹ ਵੀ ਫੜੀ ਆ। ਹੁਣ ਜਦੋਂ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਜਾਂਦੇ ਹੋ, ਪਹਿਲਾਂ ਤਾਂ ਅਸੀਂ ਦੇਖਿਆ ਜਦੋਂ ਦਫ਼ਤਰ ਖੋਲ੍ਹਿਆ ਤੁਹਾਡੇ ਵੱਲੋਂ ਸੱਦੇ ਤਾਂ ਨਹੀਂ ਲਾਏ ਗਏ ਸੀ, ਤੁਹਾਨੂੰ ਟਿਕਟ ਮਿਲੀ ਆ, ਤੁਸੀਂ ਸਵਾਗਤ ਲਈ ਸੱਦੇ ਨਹੀਂ ਲਾਏ ਸੀ, ਪਰ ਲੋਕ ਬੜੀ ਵੱਡੀ ਗਿਣਤੀ ਵਿੱਚ ਆਏ ਸੀ, ਤੁਹਾਡੇ ਲੀਡਰਾਂ ਵਿੱਚ ਜਾਨ ਪਈ ਸੀ। ਹੁਣ ਜਦੋਂ ਘਰਾਂ ਵਿੱਚ ਜਾਂਦੇ ਹੋ, ਉਹਨਾਂ ਨੂੰ ਮਿਲਦੇ ਹੋ, ਮੁੱਲ ਮੋੜਦੇ ਆ, ਮੰਨਦੇ ਆ ਵੀ ਹਾਂ ਤੁਸੀਂ ਬਹੁਤ ਕੁਝ ਸਾਡੇ ਲਈ ਕੀਤਾ ਤੇ ਹੁਣ ਤੁਹਾਡੇ ਨਾਲ ਖੜਾਂਗੇ। देखो मैं एक तुहानूं दस दियां कि भी सारिਆਂ ने इस चीज़ की शलाघा करते, कल्ले मेरे कामां दी नहीं, मोदी जी के कामां नूं तो पूरा देश जिहड़ा है ਉਹਦੀ शलाघा करता है। और मैं तो जिधर जी जाना कि असीं तो मोदी जी के नाँ के कायल आ, असीं मोदी जी समर्थक हाँ। पूरा फगवाड़ा जिथे भी मैं गया सारे मंदे। और साडे ते किते भी व्यक्तिगत रूप के विच भी किते कोई साडे ते ਉਂਗਲੀ नहीं चुक सकता। कई बार हुंदा कि उपरले सीनियर लीडर ते लोकां दा बड़ा सम्मान हुंदा, पर थल्लड़े लोकां नाल सहमत नहीं हुंदे। पर साडे उत्ते कोई भी लोकल लीडर दे तौर भी साडे ते कोई ਉਂਗਲੀ नहीं चुक सकता। असीं ईमानदारी नाल अपना काम कीता और किसी ने भी नजायज़ नहीं की। असीं कदे किसी भी गुंडागर्दी तत्वां का कदे साथ नहीं दिता, ड्रग माफिया का कदे साथ नहीं दिता, और किसी भी ऐसी चीज़ नूं असीं बढ़ावा नहीं दिता जिहड़ी समाज नूं तोड़न वाली गल करदी होवे। सो इस करके साडे अगेंस्ट कहण नूं किसी दे कोल नहीं है, पर दूसरियां पार्टियां दे अगेंस्ट कहण नूं सारियां कोल बहुत कुछ है। वादे कीते कोई पूरा नहीं किया। और असीं मैं इत्थे जदों MP भी रहा, मंत्री भी रहा, मैं हर एक वर्ग की लोगों दी समस्यावां नूं सुनिया भी है, समझिया भी है, तो समाधान भी किया। जिहदे विच तुसीं बहुत सारिया चीज़ां तो गिणातियां, एयरपोर्ट भी गिणाता, पुल भी गिणाता, पासपोर्ट ऑफिस, इत्थे इंडस्ट्री का जिहड़ा असीं क्लस्टर लिआंदा एलमोनीयम का उहदे वास्ते पीटर इंजन बनाउण दे लई उहनां नूं सहयोग करन दे लई इत्थे जिहड़ा क्लस्टर बनाया गया। सो बहुत सारिया ऐसियां होर भी बहुत सारिया चीज़ां सी। नाल नाल ये भी है कि जदों GST का इशू आया सी, तुसीं सारे जानते हैं कि इत्थे हर वर्ग की इंडस्ट्री ने, चाहे वो किसी भी वर्ग की, चाहे इंडस्ट्री की सी, चाहे प्लाईवुड की सी, चाहे वो पीटर इंजन की सी, चाहे कास्ट आयरन के कोई संबंधित चीज़ों की सी, सारिया इंडस्ट्रियां के लोग, टैक्सटाइल के भी सी, सारे ही आउंदे सी। और मैं सारियां दी वकालत भी, और उन्होंने सारियां नूं कहते फगवाड़ा की इंडस्ट्री वाले, हरेक इंडस्ट्री वाला इस नूं बहुत चंगी तरह जानता सी। उन्होंने मैं कहा सी तुसीं एक बार मैनूं समझा दिओ, उस तो बाद तुहाडा वकील बन के मैं काम करांगा। और उन्होंने मैं काम करके दिखाया भी है। सो इस पक्षों भी लोग ही मेरा जिहड़ा मान लो सत्कार करते। एक मोदी जी का नाँ तो तुहानूं पता है ही है, पर नाल नाल ये भी कहते सी विजय सांपला ने किसी गलत अंसर नूं बढ़ावा नहीं दिता, पर इस सूबे जानी फगवाड़े के विकास के विशेष रूप से ध्यान दे के इन्हूं विकसित भी किया है। ਮਤਲਬ ਚਰਚਾਵਾਂ ਚੱਲਦੀਆਂ ਸੀ ਜਦੋਂ ਕਿਸਾਨੀ ਅੰਦੋਲਨ ਚੱਲਿਆ, ਕਹਿੰਦੇ ਵੀ ਭਾਜਪਾ ਪਿੰਡਾਂ 'ਚ ਨਹੀਂ ਵੜ ਸਕੀ, ਭਾਜਪਾ ਦਾ ਵਿਰੋਧ ਹੋਊਗਾ। ਪਰ ਮੈਂ ਇਹ ਸਮਝਣਾ ਚਾਹੁੰਦਾ ਤੁਹਾਡੇ ਕੋਲੋਂ, ਪਿਛਲੇ ਕੁਝ ਦਿਨਾਂ ਜਦ ਤੁਸੀਂ ਆਏ ਹੋ, ਪਿੰਡਾਂ ਦੇ ਵਿੱਚ ਜਿਹੜੇ ਲੋਕ ਆ, ਜਿਹੜੇ ਖਾਸ ਤੌਰ ਤੇ ਦਲਿਤ ਸਮਾਜ ਹੈਗਾ ਆ, ਉਹ ਬੜਾ ਪੱਬਾਂ ਭਰ ਹੋਇਆ ਹੈ। ਚਾਹੇ ਬੜੇ ਡੇਰਿਆਂ ਦੀ ਗੱਲ ਕਰ ਲਈਏ, ਚਾਹੇ ਲੋਕਾਂ ਦੀ ਗੱਲ ਕਰ ਲਈਏ, ਸ਼ਹਿਰਾਂ ਦੇ ਵਿੱਚ ਜਨਰਲ ਸਮਾਜ ਪੱਬਾਂ ਭਰ ਹੋਇਆ। ਉਹ ਕਹਿੰਦੇ ਅਸੀਂ ਵਿਜੇ ਸਾਂਪਲਾ ਨਾਲ ਖੜਨਾ। ਜਿਹੜਾ ਪਿੰਡਾਂ ਦੇ ਵਿੱਚ ਨਹੀਂ ਲੱਗਦਾ ਸੀ ਵੀ ਭਾਜਪਾ ਐਂਟਰ ਹੋ ਸਕੀ, ਪਰ ਉੱਥੋਂ ਬੜਾ ਉਤਸ਼ਾਹ ਜਿਹਾ ਲੋਕਾਂ ਦੇ ਵਿੱਚ। ਉਹ ਕਾਰਨ ਕੀ ਮੰਨਿਆ ਜਾਵੇ? ਕੀ ਤੁਸੀਂ ਰਣਨੀਤੀ ਅਪਣਾ ਰਹੇ ਹੋ? देखो ये तो असी पहला भी जो लोग कहते सी तुसीं पिंडां च नहीं आ सकते, असी उदों भी कहते सी कि पिंडां तो सानूं जाण तो कोई नहीं रोक सकता, क्योंकि वो प्रचार करने वाले कुछ लोग जिहड़े सी गलत अंसर सीगे। अन्यथा जिहड़ी किसानां दा सम्मान जिहड़ा जिन्ना भारतीय जनता पार्टी करदी, किसी दा नहीं, कोई होर नहीं करदी। असीं उहदे कई काम कीते भी है। रहे गल जिथे जिहड़ी तुसीं दलित समाज की गल कही है, मैं दलित समाज दे नाल संबंधित हाँ, मैं उन्हां दे नाल विचरदा हाँ। और मैं जो मंत्री भी सी तो मेरा पहला जानी, क्योंकि असी गुरु रविदास महाराज के नाम लेवा इत्थे बहुत ने, तो मैं स्पैशली 2 बार प्रधानमंत्री जी नूं वाराणसी जिथे उन्होंने जन्म स्थली है श्री गोवर्धनपुर, उत्थे लैके भी गया। उस तो बाद उत्थे उन्होंने तुसीं सारे जानते हो, स्थान की बहुत वड्डी उन्होंने विकसित करके बहुत वड्डा एक स्वरूप भी दिता है।
ਸੋ ਜਿਹੜੀ ਤੁਗਲਕਾਬਾਦ ਦੇ ਅਸੀਂ ਮੰਦਿਰ ਦੀ ਵੀ ਗੱਲ ਕਰਦੇ ਸੀ, ਬਾਗ ਮੰਦਿਰ ਦਾ ਵੀ ਜ਼ਮੀਨ ਜਿਹੜੀ ਆ ਉਹਨਾਂ ਨੇ ਕੋਰਟ ਨੇ ਵੀ ਫੋਰੈਸਟ ਦੀ ਜ਼ਮੀਨ ਸੀ ਜਿਹੜੀ ਕਹਿੰਦੇ ਸੀ, ਫੋਰੈਸਟ ਨੇ ਵੀ ਸਾਨੂੰ ਦੇ ਦਿੱਤਾ ਸੀ, ਕੋਰਟ ਦੇ ਵਿੱਚ ਆਰਡਰ ਵੀ ਲੈ ਲਏ ਔਰ ਉਸ ਜ਼ਮੀਨ ਜਿਹੜੀ ਆ ਹੁਣ ਮੰਦਿਰ ਨੂੰ ਜਿਹੜੀ ਸਮਰਪਿਤ ਕਰ ਦਿੱਤੀ ਜਾਵੇਗੀ ਬਹੁਤ ਜਲਦੀ। ਕਿਉਂਕਿ ਮੈਂ ਇਹ ਸਵਾਲ ਇਸ ਲਈ ਪੁੱਛ ਲਿਆ, ਬਸਪਾ ਪਾਰਟੀ ਦੇ ਪ੍ਰਧਾਨ ਹੈਗਾ ਜਸਵੀਰ ਗੜੀ, ਵੱਡਾ ਕੱਦ ਹੈਗਾ, ਉਹ ਕਹਿੰਦੇ ਆ ਵੀ ਜਿਹੜੀ ਬਸਪਾ ਹੈ ਉਹ ਤਾਂ ਦਲਿਤਾਂ ਦੀ ਪਾਰਟੀ ਆ, ਪਰ ਉਹ ਬਸਪਾ ਨੂੰ ਛੱਡਦੇ ਹੋਏ ਤੁਹਾਡੇ ਵੱਲ ਰੁਝਾਨ ਕਰ ਰਹੇ ਆ। ਇਹ ਦੇਖੋ ਮੈਂ ਇੱਕ ਹੋਰ ਤੁਹਾਨੂੰ ਦੱਸ ਦਿਆਂ ਕਿ ਜਦੋਂ ਰਿਜ਼ਰਵੇਸ਼ਨ ਦੇ ਮੁੱਦੇ ਦੇ ਉੱਤੇ ਹਾਈ ਕੋਰਟ ਪ੍ਰਮੋਸ਼ਨ ਰਿਜ਼ਰਵੇਸ਼ਨ ਦੀ ਗੱਲ ਆਈ ਸੀ ਤੇ ਅਗਰ ਕਿਸੇ ਨੇ ਰਿਜ਼ਰਵੇਸ਼ਨ ਦੇ ਅਗੇਂਸਟ ਕਿਸੇ ਨੇ ਐਫੀਡੇਵਿਟ ਦਿੱਤਾ ਸੀ ਤੇ ਉਹ ਭਾਰਤੀ ਜਿਹੜੀ ਆ ਬਹੁਜਨ ਸਮਾਜ ਪਾਰਟੀ ਦੀ ਜਿਹੜੀ ਭੈਣ ਮਾਇਆਵਤੀ ਦੀ ਸਰਕਾਰ ਸੀ ਉਸਨੇ ਹੀ ਦਿੱਤਾ ਸੀ। ਸੋ ਇਹ ਜਿਹੜੀਆਂ ਬਾਕੀ ਕਹਿਣਾ ਜ਼ਰੂਰ ਹੈ ਕਿ ਵੀ ਅਸੀਂ ਦਲਿਤਾਂ ਦੀ ਨਾਂ ਦਾ ਝੰਡਾ ਜ਼ਰੂਰ ਚੱਕਿਆ ਹੈ ਉਹਨਾਂ ਨੇ, ਪਰ ਹਕੀਕਤ ਦੇ ਵਿੱਚ ਇੱਕ ਵੀ ਕੰਮ ਤੁਸੀਂ ਨਹੀਂ ਗਿਣਾ ਸਕਦੇ। ਸੋ ਇਹ ਜਿਹੜਾ ਜਿੱਥੇ ਤੱਕ ਰਿਜ਼ਰਵੇਸ਼ਨ ਦਾ ਬਹੁਤ ਵੱਡਾ ਮੁੱਦਾ ਸੀ, ਪ੍ਰਮੋਸ਼ਨ ਇਨ ਰਿਜ਼ਰਵੇਸ਼ਨ ਜਿਹੜਾ ਸੀ ਰਿਜ਼ਰਵੇਸ਼ਨ ਇਨ ਪ੍ਰਮੋਸ਼ਨ, ਉਹ ਵੱਡਾ ਮੁੱਦਾ ਸੀ ਜਿਹਦੇ 'ਚ ਅਗੇਂਸਟ ਇਹ ਸਾਡੇ ਗਏ ਵੀ ਸੀ। ਸੋ ਬਹੁਤ ਸਾਰੇ ਐਸੇ ਵਿਸ਼ੇ ਮੈਂ ਜੇ ਅਗਰ ਤੁਸੀਂ ਉਹਦੇ 'ਤੇ ਮੈਂ ਕਿਉਂਕਿ ਮੈਂ ਕਦੀ ਇੱਦਾਂ ਦੇ ਮਾਮਲੇ 'ਚ ਜ਼ਿਆਦਾ ਜਾਂਦਾ ਨਹੀਂ, ਪਰ ਜੇ ਤੁਸੀਂ ਮੈਨੂੰ ਇਸ ਤਰ੍ਹਾਂ ਦੇ ਪੁੱਛੋਗੇ ਤਾਂ ਮੈਂ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਕਮੀਆਂ ਗਿਣਾ ਦਿਆਂਗਾ ਕਿ ਅਗਰ ਕਿਤੇ ਸਾਨੂੰ ਬਹੁਤ ਵੱਡੀ ਢਾਹ ਲੱਗੀ ਹੈ ਅਤੇ ਉਹ ਜਿਹੜੀ ਆ ਬਹੁਜਨ ਸਮਾਜ ਪਾਰਟੀ ਦੇ ਲੀਡਰ ਜਿਹੜੀ ਹੈ ਹਾਇਰ ਲੀਡਰਸ਼ਿਪ ਦੇ ਵੱਲੋਂ ਲੱਗੀ ਹੈ ਔਰ ਉਹਦਾ ਹੀ ਕਾਰਨ ਹੈ ਕਿ ਉਹਨਾਂ ਨੇ ਕਿਸੇ ਨੇ ਵੀ ਅਗਰ ਕਿਸੇ ਨੇ ਇਹਨਾਂ ਦੇ ਵੱਡੇ ਲੀਡਰ ਨੇ ਇਸ ਮਾਮਲੇ 'ਚ ਆਵਾਜ਼ ਵੀ ਚੁੱਕੀ ਹੈ ਅਤੇ ਉਸ ਨੂੰ ਉਹਨਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ। ਤੁਸੀਂ ਅਗਰ ਦੇਖੋ ਤਾਂ ਕਦੀ ਬਹੁਜਨ ਸਮਾਜ ਪਾਰਟੀ ਦੇ ਬਹੁਤ ਵੱਡੇ ਵੱਡੇ ਲੀਡਰਾਂ ਦਾ ਨਾਂ ਹੁੰਦਾ ਸੀ, ਅੱਜ ਉਹ ਲੀਡਰ ਕਿੱਥੇ ਨੇ? ਹੁਣ ਜਿਹੜਾ ਗਠਬੰਧਨ ਹੋਇਆ ਬਸਪਾ ਅਕਾਲੀ ਦਲ ਦਾ, ਕਿੱਦਾਂ ਕੋਈ ਚੈਲੰਜ ਬਣਦਾ ਕਿ ਨਹੀਂ ਪੰਜਾਬ ਦੇ ਵਿੱਚ? ਦੇਖੋ ਮੇਰਾ ਤਾਂ ਜੇ ਅਗਰ ਤੁਸੀਂ ਮੇਰੇ ਕੋਲੋਂ ਸੱਚ ਪੁੱਛੋ ਤੇ ਪਬਲਿਕ ਨੂੰ ਮੇਰੇ ਕੋਲੋਂ ਅਗਰ ਪੁੱਛਾਂਗੇ ਤਾਂ ਤੁਸੀਂ ਕਹੋਗੇ ਸ਼ਾਇਦ ਰਾਜਨੀਤਿਕ ਪੱਖੋਂ ਕਹਿ ਰਿਹਾ, ਪਰ ਤੁਸੀਂ ਅਗਰ ਜਨਤਾ ਦੇ ਵਿੱਚ ਪਬਲਿਕ 'ਚ ਜਾਓਗੇ ਤਾਂ ਜਨਤਾ ਸਾਫ਼ ਤੌਰ 'ਤੇ ਕਹਿ ਰਹੀ ਹੈ ਕਿ ਕਦੇ ਵੀ ਬਸਪਾ ਔਰ ਅਕਾਲੀ ਦਲ ਦਾ ਗਠਬੰਧਨ ਸਿਰੇ ਨਹੀਂ ਚੜ੍ਹ ਸਕਦਾ ਕਿਉਂਕਿ ਦੋਨਾਂ ਨੂੰ ਆਪਸ ਵਿੱਚ ਵਿਸ਼ਵਾਸ ਹੀ ਨਹੀਂ ਹੈ। ਔਰ ਇਹ ਇੱਕ ਚਰਚਾ ਆਮ ਪੂਰੇ ਪੰਜਾਬ 'ਚ ਆਮ ਵਰਕਰ 'ਚ ਕਿ ਅਕਾਲੀ ਦਲ ਦੀ ਵੋਟ ਬਸਪਾ ਨੂੰ ਨਹੀਂ ਜਾਣੀ, ਬਸਪਾ ਦੀ ਵੋਟ ਅਕਾਲੀ ਦਲ ਨੂੰ ਨਹੀਂ ਜਾਣੀ। ਇਹ ਇੱਕ ਚਰਚਾ ਦਾ ਵਿਸ਼ਾ ਸਾਰੇ ਪੰਜਾਬ ਦੇ ਵਿੱਚ ਆਮ ਜਨਤਾ ਵਿੱਚ ਛਿੜਿਆ ਆ, ਪਰ ਅੱਜ ਤੱਕ ਕਿਸੇ ਨੇ ਵੀ ਇਹ ਗੱਲ ਕਿਤੇ ਨਹੀਂ, ਜਦੋਂ ਸਾਡਾ ਗਠਬੰਧਨ ਸੀ ਤੇ ਸਾਨੂੰ ਕਿਸੇ ਨੇ ਨਹੀਂ ਸੀ ਕਿਹਾ ਕਿ ਵੀ ਭਾਰਤੀ ਜਨਤਾ ਪਾਰਟੀ ਦੀ ਵੋਟ ਜਿਹੜੀ ਆ ਉਹ ਅਕਾਲੀ ਦਲ ਨੂੰ ਨਹੀਂ ਜਾਏਗੀ ਜਾਂ ਅਕਾਲੀ ਦਲ ਦੀ ਭਾਜਪਾ ਨੂੰ ਜਾਏਗੀ। ਪਰ ਉਸ ਵੇਲੇ ਇੱਕ ਜਿਹੜਾ ਗਠਬੰਧਨ ਧਰਮ ਅਸੀਂ ਇੱਕ ਦੂਸਰੇ 'ਤੇ ਨਿਭਾਇਆ ਵੀ ਸੀ ਅਤੇ ਵਿਸ਼ਵਾਸ ਵੀ ਸੀ। ਅੱਜ ਬਸਪਾ ਔਰ ਅਕਾਲੀ ਦਲ ਦੇ ਉੱਤੇ ਕਿਸੇ ਨੂੰ ਵੀ ਵਿਸ਼ਵਾਸ ਨਹੀਂ ਹੈ। ਅੱਜ ਵੀ ਤੁਹਾਡੇ ਵਰਗੇ ਮੈਨੂੰ ਸਵਾਲ ਪੁੱਛਦੇ ਰਹਿੰਦੇ ਕਿ ਤੁਹਾਡਾ ਫਿਰ ਗਠਬੰਧਨ ਹੋਊਗਾ, ਯਾਨੀ ਕਿਤੇ ਨਾ ਕਿਤੇ ਤੁਹਾਨੂੰ ਵੀ ਲੱਗਦਾ ਹੈ, ਪਰ ਭਾਵੇਂ ਅਸੀਂ ਕਹਿ ਦਈਏ ਸਵਾਲ ਤੁਹਾਡਾ ਹੈ, ਪਰ ਅਸੀਂ ਪਹਿਲਾਂ ਕਹਿ ਦਿੱਤਾ ਹੈ ਕਿ ਅਸੀਂ ਭਾਰਤੀ ਜਨਤਾ ਪਾਰਟੀ ਆਪਣੇ ਬਲਬੂਤੇ 'ਤੇ ਲੜਦੀ ਹੈ ਔਰ ਆਪਣੇ ਬਲਬੂਤੇ 'ਤੇ ਸਰਕਾਰ ਬਣਾਏਗੀ, ਉਹਦਾ ਸੁਨਿਸ਼ਚਿਤ ਵਿਸ਼ਵਾਸ ਹੈ। ਉਹਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ 3 ਮਹੀਨੇ ਪਹਿਲਾਂ ਜਿਹੜਾ ਸਵਾਲ ਤੁਸੀਂ ਪਹਿਲਾਂ ਕੀਤਾ ਸੀ ਪਿੰਡਾਂ 'ਚ ਕਿੱਦਾਂ ਜਾਓਗੇ, ਇਹ ਕਹਿੰਦੇ ਸੀ 3 ਮਹੀਨੇ ਪਹਿਲਾਂ ਸਾਡੇ ਤੁਸੀਂ ਜਿਹੜੀ ਸੀ ਗੱਲ ਕਰਦੇ ਸੀ ਤਾਂ ਸ਼ਾਇਦ ਤੁਸੀਂ ਕਹਿ ਰਹੇ ਸੀ ਕਿ ਭਾਜਪਾ ਨੂੰ 0 ਆਏਗਾ, ਔਰ ਅੱਜ ਕੀ ਕਹਿ ਰਹੇ ਹੋ ਕਿ ਭਾਜਪਾ ਦੇ ਵਿੱਚ ਫਟਾਫਟ ਲੋਕ ਆ ਰਹੇ, ਵਿਸ਼ਵਾਸ ਜਤਾ ਰਹੇ, ਵੱਡੇ ਵੱਡੇ ਚਿਹਰੇ ਆ ਰਹੇ, ਭਾਵ ਲੋਕ ਭਾਰਤੀ ਜਨਤਾ ਪਾਰਟੀ ਦੀਆਂ ਨੀਤੀਆਂ ਨੂੰ ਅਪਣਾ ਰਹੇ। ਮਤਲਬ ਚਰਚਾ ਚੱਲ ਰਹੀਆਂ, ਇੱਕ ਤਾਂ ਸੋਨਲ ਬਾਂਗਾ ਸ਼ਾਮਲ ਹੋ ਗਏ ਆ ਭਾਜਪਾ 'ਚ ਹਲਕਾ ਫੁਆੜੇ ਤੋਂ, ਕਹਿੰਦੇ ਹੋਰ ਵੱਡੇ ਚਿਹਰੇ ਬਸਪਾ ਦੇ ਵੀ ਹੋ ਸਕਦੇ ਆ, ਅਕਾਲੀ ਦਲ ਦੇ ਵੀ ਹੋ ਸਕਦੇ ਆ, ਕਾਂਗਰਸ ਦੇ ਹੋ ਸਕਦੇ, ਹੋਰ ਵੀ ਵਿਜੇ ਸਾਂਪਲਾ ਨਾਲ ਤੁਰ ਸਕਦੇ ਆ। ਦੇਖੋ ਮੇਰਾ ਵਿਅਕਤੀਗਤ ਕਦੀ ਵੀ ਕਿਸੇ ਨਾਲ ਨਹੀਂ, ਮੈਂ ਕਦੀ ਵੀ ਕਿਸੇ ਨਾਲ ਵਿਅਕਤੀਗਤ ਰਾਜਨੀਤੀ ਨਹੀਂ ਕੀਤੀ, ਇਸ ਕਰਕੇ ਮੈਂ ਕਿਸੇ ਦੇ ਵੀ ਵਿਅਕਤੀਗਤ ਕਟਾਸ ਕਿਸੇ ਨਹੀਂ ਕਰਦਾ। ਮੇਰੇ ਲਈ ਸਾਰੇ ਸਨਮਾਨੀय ਹੁੰਦੇ ਔਰ ਮੇਰਾ ਸਾਰਿਆਂ ਨਾਲ ਬਹੁਤ ਅੱਛੇ ਰਿਲੇਸ਼ਨ ਹੈ ਕਿਉਂਕਿ ਰਾਜਨੀਤਿਕ ਦਲ ਦੇ ਨਾਤੇ ਮੈਂ ਰਾਜ ਨੂੰ ਕਰਨ ਦੀ ਨੀਤੀ ਜਿਹੜੀ ਬਣਾਉਣੇ ਭਾਵ ਵਿਚਾਰਧਾਰਾ ਬਣਾਉਣੇ ਆ ਉਸ ਤੇ ਨੂੰ ਹੀ ਰਾਜਨੀਤੀ ਕਹਿੰਦੇ ਆ। ਔਰ ਬਾਕੀ ਜਿਹੜੀਆਂ ਪਾਰਟੀਆਂ ਬਿਨਾਂ ਨੀਤੀ ਤੋਂ ਬਸ ਤੈਨੂੰ ਇਹ ਫਰੀ ਦੇ ਦਿਆਂਗਾ ਤਾਂ ਮੈਨੂੰ ਆਹ ਦੇ ਦੇ, ਮੈਨੂੰ ਉਹਦੇ 'ਤੇ ਕੰਮ ਕਰੇ। ਅਸੀਂ ਆਪਣੀ ਵਿਚਾਰਧਾਰਾ ਦੇ ਨਾਲ ਕੰਮ ਕਰਦੇ ਹੋਏ ਵਿਅਕਤੀਗਤ ਉਹਦੇ 'ਤੇ ਕਟਾਸ ਨਾ ਕਰਦੇ ਹੋਏ ਆਪਣੀ ਵਿਚਾਰਧਾਰਾ ਨੂੰ ਅੱਗੇ ਲਿਆ। ਅਸੀਂ ਬਜਾਏ ਕਿ ਇਹ ਵਿਅਕਤੀ ਮਾੜਾ ਇਹ ਵਿਅਕਤੀ ਚੰਗਾ, ਉਹਦੇ ਨਾਲੋਂ ਇਹ ਕਹਿਣਾ ਚੰਗਾ ਅਸੀਂ ਸਮਝਦੇ ਹਾਂ ਕਿ ਅਸੀਂ ਆ ਜਿਹੜੇ ਕੰਮ ਆ ਇਹ ਚੰਗੇ ਕਰਾਂਗੇ ਔਰ ਉਹਨਾਂ ਦੀ ਸੇਵਾ ਕਰਾਂਗੇ। ਇਸ ਕਰਕੇ ਲੋਕਾਂ ਦਾ ਲੋਕ ਜਿਹੜਾ ਆ ਵਿਸ਼ਵਾਸ ਕਰਦੇ ਆ, ਸਨਮਾਨ ਨਾ ਕਰਦੇ ਆ, ਅਤੇ ਇਸ ਲਈ ਜੇ ਕੋਈ ਕਰਦਾ ਤਾਂ ਉਹਦਾ ਅਸੀਂ ਵੈਲਕਮ ਹੀ ਕਰਾਂਗੇ
ਸੋ ਸਾਨੂੰ ਤਾਂ ਖੁਸ਼ੀ ਹੈ। ਤੁਹਾਨੂੰ ਲੱਗਦਾ ਵੀ ਤੁਸੀਂ SC ST ਐਕਟ ਦੇ ਚੇਅਰਮੈਨ ਵੀ ਸੀਗੇ, ਤੁਸੀਂ ਪੰਜਾਬ ਦੇ ਵਿੱਚ ਗਏ ਸੀ ਜਿੱਥੇ ਦਲਿਤਾਂ ਦੀਆਂ ਬੱਚੀਆਂ ਦੀ ਹੱਤਿਆਚਾਰ ਹੋਏ, ਹੋਰ ਵੀ ਹੋਏ, ਤੁਸੀਂ ਉੱਥੇ ਪਹੁੰਚੇ ਸੀ ਜਦ ਕਿ ਤੁਹਾਡਾ ਵਿਰੋਧ ਕੀਤਾ ਜਾਂਦਾ ਸੀ, ਤੁਹਾਨੂੰ ਪੁਲਿਸ ਪ੍ਰਸ਼ਾਸਨ ਵੀ ਕਹਿੰਦੀ ਸਾਹਮਣੇ ਤੁਸੀਂ ਨਾ ਜਾਓ, ਤੁਸੀਂ ਕਹਿੰਦੇ ਸੀ ਵੀ ਮੇਰਾ ਸਮਾਜ ਆ, ਮੈਂ ਤਾਂ ਜਾਣਾ ਚਾਹੇ ਕੁਝ ਵੀ ਹੋ ਜਾਵੇ। ਅੱਜ ਲੱਗਦਾ ਵੀ ਉਸੇ ਕਰਕੇ ਲੋਕ ਪਿੰਡਾਂ ਵਾਲੇ ਤੁਹਾਨੂੰ ਪਿਆਰ ਕਰਦੇ ਜਾਂ ਪਸੰਦ ਕਰਦੇ? ਨਿਸਸੰਦੇਹ ਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਅਸੀਂ ਉਹਨਾਂ ਦੇ ਨਾਲ ਡਟ ਕੇ ਖੜੇ ਹੋਏ ਆ, ਉਹਨਾਂ ਦੀਆਂ ਲੋੜਾਂ ਨੂੰ ਪੂਰਾ ਕੀਤਾ ਹੈ ਔਰ ਰਸਤੇ ਸਾਡੇ ਬਲੌਕ ਕੀਤੇ ਆ, ਪਰ ਅਸੀਂ ਉਹਦੇ 'ਤੇ ਨਹੀਂ ਹਟੇ। ਔਰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਅਗਰ ਕਿਸੇ ਨਾਲ ਅਤਿਆਚਾਰ ਹੋਇਆ ਔਰ ਉਹਦੇ ਨਾਲ ਡਟ ਕੇ ਖੜੇ ਹੋਏ ਆ, ਔਰ ਇਸ ਕਰਕੇ ਲੋਕਾਂ ਦੇ ਵਿੱਚ ਵਿਸ਼ਵਾਸ ਵੀ ਆ। ਮੈਨੂੰ ਤਾਂ ਮਾਨਸਾ ਦੇ ਲੋਕ ਕਹਿੰਦੇ ਸੀ ਤੁਸੀਂ ਸਾਡੇ ਆਣ ਕੇ ਇੱਥੇ ਲੜੋ, ਅਸੀਂ ਤੁਹਾਨੂੰ ਸਪੋਰਟ ਨਹੀਂ ਕਰਦੇ, ਪਰ ਮੈਂ ਕਿਉਂਕਿ ਤੁਹਾਡੇ ਇਸ ਏਰੀਏ ਦੇ ਨਾਲ ਇੱਥੇ ਰਿਹਾ ਆ, ਇੱਥੇ ਵਰਕਿੰਗ ਕੀਤੀ ਹੈ, ਤੇ ਸਾਡਾ ਤਾਂ ਮੇਰੀ ਤਾਂ ਕੋਈ ਇੱਛਾ ਸ਼ਕਤੀ ਵੀ ਨਹੀਂ ਸੀ ਇਲੈਕਸ਼ਨ ਲੜਨ ਦੀ, ਪਰ ਪਾਰਟੀ ਨੇ ਇੱਕ ਹੁਕਮ ਕੀਤਾ ਕਿ ਤੁਸੀਂ ਚੁਣਾਵ ਲੜਨਾ ਹੈ, ਤੇ ਅਸੀਂ ਇਸ ਕਰਕੇ ਚੁਣਾਵ ਦੀ ਪੂਰੀ ਤਿਆਰੀ ਦੇ ਵਿੱਚ। ਬੀਤੇ ਦਿਨਾਂ ਤੋਂ ਚਰਚਾਵਾਂ ਚੱਲਦੀਆਂ ਸੀ ਵੀ ਸੋਮ ਪ੍ਰਕਾਸ਼ ਨਹੀਂ ਆਉਣਗੇ, ਉਹਨਾਂ ਦਾ ਧੜਾ ਨਹੀਂ ਤੁਰੇਗਾ, ਅੱਜ ਕਾਗਜ਼ ਭਰੇ ਆ, ਤੁਹਾਡੇ ਨਾਲ ਹਾਜ਼ਰ ਸੀਗੇ, ਕੀ ਲੱਗਦਾ ਸਾਰਾ ਕੁਝ ਠੀਕ ਠਾਕ ਆ? ਮੈਨੂੰ ਪ੍ਰਪੋਜ਼ ਕਰਨ ਵਾਲੇ ਸੋਮ ਪ੍ਰਕਾਸ਼ ਜੀ ਭਾਵ ਮੇਰੇ ਜਿਹੜੀ ਅਸੀਂ ਨੋਮੀਨੇਸ਼ਨ ਕੀਤੀ ਆ, ਉਹਦੇ 'ਚ ਫਾਈਲ ਦੇ ਵਿੱਚ ਜਿਹੜੇ ਪ੍ਰਪੋਜ਼ਰ ਹੈ, ਮੈਨੂੰ ਜਿਨ੍ਹਾਂ ਨੇ ਪ੍ਰਪੋਜ਼ ਕਰਨਾ ਸੀ, ਉਹ ਸੋਮ ਪ੍ਰਕਾਸ਼ ਜੀ ਹੈ। ਅਤੇ ਇਸ ਤੋਂ ਤੁਹਾਨੂੰ ਮੇਰਾ ਹਾਲ ਅਗਲੀਆਂ ਸਾਰੀਆਂ ਸਵਾਲਾਂ ਦੇ ਉੱਤੇ ਅੰਕੁਸ਼ ਲਾ ਦੇਣਾ ਚਾਹੀਦਾ ਕਿ ਹੁਣ ਅਸੀਂ ਸਾਰੇ ਇਕੱਠੇ ਹੋ ਕੇ ਚੁਣਾਵ ਲੜਨ ਜਾ ਰਹੇ ਹਾਂ। ਔਰ ਉਹਨਾਂ ਨੇ ਆਪਣੇ ਬਿਆਨ 'ਚ ਵੀ ਕਿਹਾ ਕਿ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਲਈ ਕੰਮ ਕਰਨਾ। ਔਰ ਮੈਂ ਤਾਂ ਅਕਸਰ ਕਹਿੰਦਾ ਕਿ ਵਿਜੇ ਸਾਂਪਲਾ ਨਾਮ ਦਾ ਕੋਈ ਕੈਂਡੀਡੇਟ ਨਹੀਂ ਹੈ, ਕੈਂਡੀਡੇਟ ਭਾਰਤੀ ਜਨਤਾ ਪਾਰਟੀ ਹੈ, ਔਰ ਭਾਰਤੀ ਜਨਤਾ ਪਾਰਟੀ ਦੀ ਜਿੱਤ ਹਾਰ ਦੇ ਲਈ ਭਾਰਤੀ ਜਨਤਾ ਪਾਰਟੀ ਦਾ ਕਾਰਿਆਕਰਤਾ। ਇਸ ਤਰ੍ਹਾਂ ਤੁਸੀਂ ਫਗਵਾੜਾ ਲਈ ਕੰਮ ਕੀਤਾ ਜਦੋਂ MP ਸੀਗੇ, ਤੇ ਹੁਣ ਤੁਸੀਂ ਜਦੋਂ ਜਾਂਦੇ ਹੋ ਪਿੰਡਾਂ 'ਚ ਜਾਂ ਸ਼ਹਿਰਾਂ 'ਚ, ਕੋਈ ਮੰਗਾਂ ਰੱਖਦੇ ਲੋਕ ਵੀ ਤੁਸੀਂ MLA ਬਣੋ, ਵਿਧਾਨ ਸਭਾ ਜਾਓ, ਤੁਹਾਡੀ ਸਰਕਾਰ ਬਣੇ, ਤੁਸੀਂ ਸਾਡੇ ਲਈ ਆਹ ਕੁਛ ਕਰੋ? ਨਿਸਸੰਦੇਹ ਬਹੁਤ ਸਾਰੀਆਂ ਲੋਕ ਡਿਮਾਂਡਾਂ ਰੱਖਦੀ ਹੈ, ਬਹੁਤ ਸਾਰੇ ਉਹਨਾਂ ਨੂੰ ਜਿਨ੍ਹਾਂ ਨੂੰ ਯਕੀਨ ਹੁੰਦਾ ਤੇ ਉਹਨਾਂ ਨੂੰ ਮੰਨਦੇ ਵੀ ਆ। ਔਰ ਅਸੀਂ ਇਹ ਵੀ ਨਾਲ ਆ ਕਿ ਵੀ ਉਹਨਾਂ ਨੂੰ ਪਤਾ ਵੀ ਹੈ ਕਿ ਅਗਰ ਅਸੀਂ ਕੁਛ ਭਾਰਤੀ ਜਨਤਾ ਪਾਰਟੀ ਦਾ ਕੋਈ ਵਰਕਰ ਆ ਕੇ ਗੱਲ ਵਾਅਦਾ ਕਰਦਾ ਹੈ ਤਾਂ ਕਰਦਾ ਵੀ ਹੈ, ਕਿਉਂਕਿ ਬਹੁਤ ਸਾਰੇ ਇਹਨਾਂ ਨੇ ਮੰਗਾਂ ਹਾਲੇ ਰੱਖੀਆਂ ਹੈ। ਅਸੀਂ ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਹਸਪੀਟਲ ਦੀ ਗੱਲ ਕਰਦਾ, ਕੋਈ ਇੱਥੇ ਜ਼ਿਲ੍ਹਾ ਬਣਾਉਣ ਦੀ ਗੱਲ ਕਰਦਾ, ਪਰ ਮੈਂ ਸਾਰਿਆਂ ਨੂੰ ਇਹ ਕਿਹਾ ਕਿ ਜੋ ਮੇਰੇ ਕੋਲੋਂ ਸੰਭਵ ਹੋ ਗਿਆ, ਮੈਂ ਹਾਲੇ ਕੋਈ ਐਸਾ ਨਹੀਂ ਕਰ ਸਕਦਾ ਕਿ ਮੈਂ ਜਾਵਾਂਗਾ ਅਤੇ ਬਣਾਵਾਂਗਾ ਵੀ। ਅਗਰ ਮੇਰੇ ਹੱਥ 'ਚ ਕੁਛ ਵੀ ਹੋਏਗਾ ਜੋ ਮੈਂ ਕਰ ਸਕਦਾ ਹੋਇਆ, ਔਰ ਮੈਨੂੰ ਕਾਨੂੰਨ ਉਹਦਾ ਕੋਈ ਵੀ ਅਧਿਕਾਰ ਦਿੰਦਾ ਹੋਇਆ, ਔਰ ਲੋਕਾਂ ਦੇ ਵਿਸ਼ਵਾਸ 'ਤੇ ਖਰਾ ਉਤਰਾਂਗਾ। ਸੋ ਆਖਰ ਦੇ ਵਿੱਚ ਹਲਕੇ ਦੇ ਵੋਟਰਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਤਾਂ ਇਹੀ ਕਹਾਂਗਾ ਕਿ ਮੈਂ ਇਸ ਹਲਕੇ ਦੀ ਸੇਵਾ ਪਹਿਲਾਂ ਜਦੋਂ MP ਦੇ ਰੂਪ ਦੇ ਵਿੱਚ ਵੀ ਬਣ ਕੇ ਫਗਵਾੜੇ ਦੇ ਰੂਪ ਜਿਹੜੀ ਸੇਵਾ ਬਹੁਤ ਕੀਤੀ ਹੈ, ਚਾਹੇ ਉਹ ਪਾਸਪੋਰਟ ਦੀ ਗੱਲ ਕਰੀਏ, ਚਾਹੇ ਇੰਡਸਟਰੀ ਵਾਲਿਆਂ ਦੀ ਗੱਲ ਕਰੀਏ, ਉਹਨਾਂ ਦੇ ਪਾਰਸਲ ਆਫਿਸ ਨਹੀਂ ਸੀ ਇੱਥੇ, ਚਾਹੇ ਅਸੀਂ ਇੱਥੇ ਜਿਹੜਾ ਇੰਡਸਟਰੀ ਦੇ ਕਲਸਟਰ ਬਣਾਇਆ, ਏਅਰਪੋਰਟ ਦੁਆਬੇ ਦੀ NRI ਬੈਲਟ ਹੋਣ ਕਰਕੇ ਬੜੀ ਮੰਗ ਸੀ, ਔਰ ਕਈ ਤਾਂ ਇਹ ਵੀ ਮਜ਼ਾਕ ਕਰਦੇ ਸੀ ਕਿ ਇੱਥੇ ਕਈ ਆਏ ਕਿ ਚਲੇ ਗਏ, ਏਅਰਪੋਰਟ ਬਣ ਹੀ ਨਹੀਂ ਸਕਦਾ, ਅਤੇ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੱਥਾਂ 'ਤੇ ਸਰੋਂ ਜਮਾ ਕੇ ਵੀ ਦਿਖਾਈ ਹੈ। ਔਰ ਲੋਕ ਜਿਹੜੇ ਅਖੀਰ 'ਤੇ ਮੈਨੂੰ ਇਹ ਕਹਿੰਦੇ ਸੀ ਕਿ ਫਗਵਾੜੇ 'ਚ ਹੁਣ ਸਾਡੇ ਕੋਲ ਕੋਈ ਕੰਮ ਨਹੀਂ ਬਚਿਆ ਜਿਹੜਾ ਹੁਣ ਤੁਹਾਨੂੰ ਕਹਿ ਸਕੀਏ ਹੋਰ, ਪਰ ਕਿਉਂਕਿ ਸਮੇਂ ਦੇ ਨਾਲ ਨਾਲ ਕੰਮਾਂ ਦੀ ਜਿਹੜੀਆਂ ਲੋੜਾਂ ਵੱਧਦੀਆਂ ਰਹਿੰਦੀਆਂ, ਔਰ ਉਹਦੇ ਨਾਲ ਅੱਗੇ ਜਿਹੜਾ ਕੰਮ ਕਰਾਂਗੇ। ਉਸ ਵੇਲੇ ਮੈਂ ਕੇਂਦਰ 'ਚ ਕੰਮ ਕਰਨ ਵਾਲੇ ਜਿਹੜੇ ਸੀ ਉਹ ਕਰਵਾ ਰਿਹਾ ਸੀ, ਕੱਲ੍ਹ ਨੂੰ ਮੈਨੂੰ ਸੂਬੇ ਦੇ ਵਿੱਚ ਇਹ ਮੌਕਾ ਮਿਲਦਾ ਹੈ, ਜੋ ਮੈਂ ਸੂਬੇ 'ਚ ਕਰਵਾ ਸਕਦਾ ਹੋਇਆ ਮੈਂ ਉਹ ਕਰਾਵਾਂਗਾ। ਸੋ ਇਹ ਸਨ ਵਿਜੇ ਸਾਂਪਲਾ ਜੋ ਹਲਕਾ ਫਗਵਾੜਾ ਤੋਂ ਭਾਜਪਾ ਦੀ ਟਿਕਟ ਤੋਂ ਲੜ ਰਹੇ ਆ। ਪਹਿਲਾਂ ਬੜੀਆਂ ਚਰਚਾਵਾਂ ਚੱਲ ਰਹੀਆਂ ਸੀ ਕਿ ਭਾਜਪਾ ਦੀ 2, 4, 5 ਹਜ਼ਾਰ ਤੋਂ ਵੋਟ ਨਹੀਂ ਵਧੇਗੀ, ਪਰ ਜਦੋਂ ਇਹ ਇੱਥੇ ਆ ਗਏ ਆ ਤੇ ਸ਼ਹਿਰਾਂ ਦੇ ਵਿੱਚ ਕਾਫੀ ਕਰੇਜ਼ ਬਣ ਗਿਆ। ਜਿੰਨੇ ਜੈਂਟਲਮੈਨ ਲੋਕ ਹੈਗੇ ਆ ਜਿਹੜੇ ਭਾਜਪਾ ਨੂੰ ਪਿਆਰ ਕਰਦੇ, ਉਹ ਆ ਮਾਰੇ ਇਹਨਾਂ ਨਾਲ ਤੁਰ ਰਹੇ ਆ। ਦੂਜੇ ਪਾਸੇ ਕਹਿੰਦੇ ਸੀ ਕਿ ਬਸਪਾ ਪਾਰਟੀ ਦੇ ਪ੍ਰਧਾਨ ਫਗਵਾੜੇ ਆ ਗਏ ਆ, ਤੇ ਹੁਣ ਜਿਹੜੀ ਦਲਿਤਾਂ ਦੀ ਵੋਟ ਆ, ਇੱਕ ਵੋਟ ਵੀ ਬਾਹਰ ਨਹੀਂ ਜਾਣੀ, ਪਰ ਭਾਜਪਾ ਵੱਲੋਂ ਇੱਦਾਂ ਦਾ ਕਾਰਡ ਖੇਡਿਆ ਗਿਆ, ਵਿਜੇ ਸਾਂਪਲਾ ਨੂੰ ਮੈਦਾਨ ਦੇ ਵਿੱਚ ਉਤਾਰਿਆ, ਤੇ ਇਸ ਵੇਲੇ ਬਸਪਾ ਨੂੰ ਵੀ ਵੱਡੀ ਢਾਹ ਲੱਗ ਰਹੀ ਆ। ਪਿੰਡਾਂ ਦੇ ਵਿੱਚ ਜਿਹੜੇ ਦਲਿਤ ਸਮਾਜ ਦੇ ਲੋਕ ਹੈਗੇ ਆ, ਕਿਉਂਕਿ SC ST ਐਕਟ ਦੇ ਚੇਅਰਮੈਨ ਹੁੰਦੇ ਹੋਏ ਇਹਨਾਂ ਨੇ ਬਹੁਤ ਸਾਰੇ ਕੰਮ ਕੀਤੇ, ਉਹਨਾਂ ਕਰਕੇ ਲੋਕ ਇਹਨਾਂ ਨਾਲ ਜੁੜਦੇ ਜਾ ਰਹੇ ਆ। ਸੋ ਆਉਣ ਵਾਲੇ ਸਮਾਂ ਜਿਹੜਾ 20 ਫਰਵਰੀ ਆ, ਉਹ ਬੜਾ ਰੌਚਕ ਭਰਿਆ ਦਿਨ ਹੋਣਾ, ਕਿਉਂਕਿ ਬਹੁਤ ਵੱਡੇ ਚਿਹਰੇ ਸਾਰੀਆਂ ਪਾਰਟੀਆਂ ਨੇ ਉਤਾਰੇ ਆ, ਤੇ ਲੋਕ ਆਪਣਾ ਕੀ ਫੈਸਲਾ ਸੁਣਾਉਂਦੇ ਆ ਉਹ ਵੀ ਉਸ ਦਿਨ ਪਤਾ ਚੱਲੇਗਾ। ਪਰ ਅੱਜ ਦੇ ਟਾਈਮ ਦੇ ਵਿੱਚ ਇੱਕ ਭਾਜਪਾ ਦੀ ਬਹੁਤ ਵੱਡੀ ਹਵਾ ਬਣਦੀ ਜਾ ਰਹੀ ਆ। ਬਹੁਤ ਸਾਰੀਆਂ ਪਾਰਟੀਆਂ ਜਿੱਥੇ ਸਟੇਟ ਦੇ ਵਿੱਚ ਸ਼ਾਮਲ ਹੋ ਰਹੀਆਂ ਭਾਜਪਾ ਦੀਆਂ, ਉੱਥੇ ਹੀ ਫਗਵਾੜਾ ਹਲਕਾ ਦੇ ਵਿੱਚ ਵੀ ਲੋਕ ਇਹਨਾਂ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਰਹੇ ਆ। ਕੈਮਰਾਮੈਨ ਜੱਸੀ ਸੈਣੀ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ TV ਫਗਵਾੜਾ। ਫਗਵਾੜਾ ਦੇ ਵਿੱਚ ਆਸ਼ੂ ਦੀ ਹੱਟੀ ਦਾ ਖੁੱਲਾ ਚੈਲੰਜ, ਜਿੱਥੋਂ ਤੁਹਾਨੂੰ ਮਿਲਣਗੇ ਸ਼ਹਿਰ ਵਿੱਚ ਸਭ ਤੋਂ ਸਸਤੇ ਰੇਟ ਤੇ ਸੂਟ, ਲਹਿੰਗੇ, ਸਾੜੀਆਂ ਤੇ ਪਲਾਜ਼ੋ। ਆਸ਼ੂ ਦੀ ਹੱਟੀ ਦਾ ਇੱਕ ਹੀ ਵਾਅਦਾ
ਤੁਹਾਨੂੰ ਮਿਲਣਗੇ ਵਧੀਆ ਕੁਆਲਿਟੀ ਦੇ ਕੱਪੜੇ, ਪਰ ਰੇਟ ਨਹੀਂ ਹੋਵੇਗਾ ਜ਼ਿਆਦਾ। ਇੱਕ ਵਾਰ ਵਿਜ਼ਿਟ ਜ਼ਰੂਰ ਕਰੋ ਆਸ਼ੂ ਦੀ ਹੱਟੀ, ਆਪੋਜ਼ਿਟ ਬੱਸ ਸਟੈਂਡ, ਫਗਵਾੜਾ।